अस्सलाम वालेकुम दोस्तों, मेरा नाम ਮੁਹੰਮਦ ਸ਼ੁਏਬ। मैं पिछले 3-4 ਸਾਲ ਤੋਂ ਟਿਕਟੌਕ ਤੇ ਫੇਸਬੁੱਕ ਤੇ ਵੀਡੀਓਜ਼ ਬਣਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਫਾਈਨਲੀ ਮੈਂ YouTube ਤੇ ਵੀ ਲੌਂਗ ਵੀਡੀਓਜ਼ ਬਣਾਉਣਾ ਸ਼ੁਰੂ ਕੀਤੀਆਂ ਨੇ। ਇਹ ਮੇਰਾ ਅੱਜ ਦਾ ਤੀਸਰਾ ਵਲੌਗ ਹੈ ਬਾਈਕ ਦੇ ਉੱਤੇ। ਮੈਂ ਜਾਪਾਨ ਦੇ ਵਿੱਚ ਰਹਿਣਾ ਪਿਛਲੇ 8 ਸਾਲ ਤੋਂ, ਤੇ ਜ਼ਿਆਦਾ ਕੁਝ ਖਾਸ ਨਹੀਂ, ਲੇਕਿਨ ਕਿ ਆਪਣੀ ਡੇਲੀ ਲਾਈਫ ਰੂਟੀਨ ਤੁਹਾਡੇ ਨਾਲ ਸ਼ੇਅਰ ਕਰਨਾ। ਫੋਰਨਰਸ ਜਿਹੜੇ ਨੇ ਜਾਪਾਨ ਦੇ ਵਿੱਚ ਕਿਸ ਤਰ੍ਹਾਂ ਰਹਿੰਦੇ ਨੇ, ਮੇਰੀ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ। ਫੂਡ ਡਿਲੀਵਰੀ ਦਾ ਕੰਮ ਕਰਨਾ ਵਾ ਤੇ ਨਾਲ ਵੀਡੀਓਜ਼ ਬਣਾਉਣਾ ਵਾ। ਤੇ ਅੱਜ ਬਾਈ ਚਾਂਸ ਮੈਂ ਆਰਡਰ ਕਰਦਾ ਤਕਰੀਬਨ 17-18 ਕਿਲੋਮੀਟਰ ਆਪਣੇ ਏਰੀਏ ਤੋਂ ਦੂਰ ਨਿਕਲ ਆਇਆ। ਇਹ ਬਿਲਕੁਲ ਇੱਕ ਕੰਟਰੀ ਸਾਈਡ ਏਰੀਆ ਅਤੇ ਥੋੜ੍ਹਾ ਜਿਹਾ ਤੁਹਾਨੂੰ ਜਾਪਾਨ ਦੀਆਂ ਗਲੀਆਂ ਵਿਖਾਉਣਾ ਵਾ, ਯਾਨੀ ਕਿ ਟਿਪੀਕਲ ਜਾਪਾਨ ਜਿਹੜਾ ਰੀਅਲ ਜਾਪਾਨ ਜਿਸ ਤਰ੍ਹਾਂ ਹੁੰਦਾ ਨਾ, ਇਹ ਚਕਾਚੌਂਧ ਰੋਸ਼ਨੀਆਂ ਜਾਪਾਨ ਦੀਆਂ ਅਤੇ ਟੂਰਿਸਟ ਸਪੋਟਸ ਤੋਂ ਇਲਾਵਾ ਮੇਰੀ ਵੀਡੀਓਜ਼ ਦੇ ਵਿੱਚ ਤੁਹਾਨੂੰ ਰੀਅਲ ਜਾਪਾਨ ਦੇਖਣ ਨੂੰ ਮਿਲੇਗਾ, ਜਿਹੜਾ ਕਿ ਜ਼ਿਆਦਾਤਰ ਜਾਪਾਨੀ ਜਿਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਰਹਿੰਦੇ ਨੇ। ਅਤੇ ਉਮੀਦ ਕਰਨਾ ਤੁਹਾਨੂੰ ਇਹ ਵਲੋਗ ਅੱਜ ਦਾ ਵੀ ਪਸੰਦ ਆਏਗਾ। ਅਤੇ ਚਲੋ ਸ਼ੁਰੂ ਕਰਨੇ ਹਾਂ। ਮੈਂ ਅਗਲੇ ਆਰਡਰ ਦਾ ਇੰਤਜ਼ਾਰ ਕਰ ਰਿਹਾ, ਲੇਕਿਨ ਹਜੇ ਮੈਨੂੰ ਨਹੀਂ ਆ ਰਿਹਾ। ਲੇਕਿਨ ਕਿ ਬਾਈਕ ਸਟਾਰਟ ਕਰਨੇ ਆ, ਤੁਹਾਨੂੰ ਥੋੜ੍ਹਾ ਜਿਹਾ ਏਰੀਆ ਵਿਖਾਉਣਾ। ਇਹ ਮੇਰੇ ਲਈ ਵੀ ਨਵਾਂ ਏਰੀਆ, ਮੇਰੇ ਲਈ ਵੀ ਦਿਲਚਸਪ ਹੋਏਗਾ। ਇਹਨੂੰ ਹੁਣ ਮਾਊਂਟ ਕਰਨੇ ਆ ਕੈਮਰੇ ਨੂੰ। ਅੱਛਾ ਜੀ, ਸਭ ਤੋਂ ਪਹਿਲਾਂ ਐਕਸਪ੍ਰੈਸ਼ਨ ਲੋਕਾਂ ਦਾ ਇਹ ਹੁੰਦਾ ਹੈ ਕਿ ਇੱਥੇ ਲੋਕ ਨਜ਼ਰ ਕਿਉਂ ਨਹੀਂ ਆਉਂਦੇ। ਅਨਫੋਰਚੂਨੇਟਲੀ ਮੈਂ ਕਿੰਨੀ ਦਫਾ ਦੱਸ ਚੁੱਕਿਆ ਕਿ ਜਾਪਾਨ ਦੇ ਵਿੱਚ ਲੋਕ ਇਸ ਤਰ੍ਹਾਂ ਗਲੀਆਂ ਦੇ ਵਿੱਚ ਐਕਟੀਵਿਟੀਜ਼ ਨਹੀਂ ਕਰਦੇ। ਇਹ ਹੁਣ ਬੱਚੇ ਨੇ ਸਕੂਲੋਂ ਆ ਰਹੇ ਨੇ, ਇਹ ਮਕਾਨ ਜਿਹੜੇ ਨੇ ਸਾਰੀਆਂ ਗੱਡੀਆਂ ਖੜੀਆਂ ਨਾ ਸਾਫ ਸੁਥਰੀਆਂ, ਇਹਦਾ ਮਤਲਬ ਅੰਦਰ ਬੰਦੇ ਰਹਿੰਦੇ ਨੇ। ਇਹ ਪਾਰਕ ਦੇ ਅੰਦਰ ਇਹ ਬੱਚੇ ਮੁਖਤਲਿਫ ਐਕਟੀਵਿਟੀਜ਼ ਕਰ ਰਹੇ ਨੇ। ਇਸ ਟਾਈਮ ਮੈਂ ਯਾਨੀ ਕਿ ਪਹਾੜਾਂ ਦੇ ਅੰਦਰ ਕਾਫੀ ਹਾਈਟ ਦੇ ਉੱਤੇ ਆ ਚੁੱਕਿਆ ਵਾਂ ਮੈਂ ਨਾ। ਅਤੇ ਇਹ ਵੇਖੋ ਕਿੰਨੀ ਪਿਆਰੀ ਜੀ ਕੋਕੋ ਕੋਲਾ ਦੀ ਵੈਂਡਿੰਗ ਮਸ਼ੀਨ ਲੱਗੀ ਹੈ। ਪਹਾੜਾਂ ਦੇ ਵਿੱਚ ਵੀ ਜਿੱਥੇ ਵੀ ਆਬਾਦੀ ਹੋਏਗੀ ਉੱਥੇ ਇਸ ਤਰ੍ਹਾਂ ਦੀਆਂ ਵੈਂਡਿੰਗ ਮਸ਼ੀਨਸ ਤੁਹਾਨੂੰ ਲਾਜ਼ਮੀ ਮਿਲਣਗੀਆਂ। ਪਹਾੜਾਂ ਦੇ ਅੰਦਰ ਵੀ ਇਹ ਵੇਖੋ ਇੱਕ ਲੱਗੀ ਹੈ, ਇੱਥੇ ਤੁਸੀਂ ਪੈਸੇ ਪਾਓ। ਜਾਪਾਨ ਜਿਹੜਾ ਉਹ ਵੈਂਡਿੰਗ ਮਸ਼ੀਨਸ ਦੀ ਹੈਵਨ ਹੈ ਬੇਸਿਕਲੀ। ਬਹੁਤ ਜ਼ਿਆਦਾ ਵੈਂਡਿੰਗ ਮਸ਼ੀਨਸ ਹੁੰਦੀਆਂ ਨੇ ਇੱਥੇ। ਇੱਥੋਂ ਕੋਈ ਤੁਹਾਨੂੰ ਮੈਂ ਹੁਣ ਇਸ ਟਾਈਮ ਮੈਨੂੰ ਨਹੀਂ ਪਤਾ ਕਿ ਮੈਂ ਕਿੱਧਰ ਜਾ ਰਿਹਾ, ਬਸ ਮੈਂ ਬਾਈਕ ਚਲਾਈ ਜਾ ਰਿਹਾ। ਅਤੇ ਇਹ ਇੱਕ ਜਾਪਾਨ ਦਾ ਪਿੰਡ ਹੈ। ਇਹ ਵੇਖੋ ਨਾ, ਹੁਣ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਹਾਈਟ 'ਤੇ ਹਾਂ। ਇਹ ਵੇਖੋ ਮਕਾਨ ਨੇ ਇਸ ਤਰ੍ਹਾਂ ਉੱਤੇ ਥੱਲੇ ਪਹਾੜਾਂ ਦੇ ਵਿੱਚ ਨਾ। ਇਹੋ ਜਿਹੇ ਏਰੀਆਜ਼ ਦੇ ਵਿੱਚ ਜ਼ਿਆਦਾਤਰ ਲੋਕਾਂ ਕੋਲ ਜਿਨ੍ਹਾਂ ਕੋਲ ਸਾਈਕਲਾਂ ਹੁੰਦੀਆਂ ਨੇ, ਉਹਨਾਂ ਦੇ ਕੋਲ ਬੈਟਰੀ ਵਾਲੀਆਂ ਸਾਈਕਲਾਂ ਹੁੰਦੀਆਂ ਨੇ। ਇਹ ਹੁਣ ਚੜ੍ਹਾਈ ਹੈ, ਫਿਰ ਦੁਬਾਰਾ ਉੱਤੇ ਨੂੰ ਮੈਂ ਜਾ ਰਿਹਾ ਵਾਂ। ਇਸ ਏਰੀਏ ਦੇ ਵਿੱਚ ਲੋਕਾਂ ਦੇ ਕੋਲ ਜ਼ਿਆਦਾਤਰ ਬੈਟਰੀ ਵਾਲੀਆਂ ਸਾਈਕਲਾਂ ਹੁੰਦੀਆਂ ਨੇ, ਕਿਉਂਕਿ ਉਹਨਾਂ ਨੂੰ ਚੜ੍ਹਾਈ ਦੇ ਵਿੱਚ ਜਾਣ ਦਾ ਮਸਲਾ ਨਾ ਹੋਵੇ। ਅਮੂਮਨ ਬੰਦੇ ਨਜ਼ਰ ਆਉਂਦੇ ਨੇ ਜਦੋਂ ਕੰਮ 'ਤੇ ਸੁਬਾਹ ਜਾਣ ਦਾ ਟਾਈਮ ਹੁੰਦਾ, ਉਦੋਂ ਕਾਫੀ ਬੰਦੇ ਨਜ਼ਰ ਆਉਂਦੇ ਨੇ। ਜਾਂ ਜਦੋਂ ਛੁੱਟੀ ਦਾ ਟਾਈਮ ਹੁੰਦਾ ਤਕਰੀਬਨ 5-6 ਵਜੇ, ਉਦੋਂ ਕਾਫੀ ਬੰਦੇ ਨਜ਼ਰ ਆਉਂਦੇ ਨੇ ਨਾ। ਲੋ ਜੀ, ਇਹ ਲੱਗਦਾ ਮੈਂ ਬੰਦ ਗਲੀ ਦੇ ਵਿੱਚ ਆ ਗਿਆ ਵਾਂ। ਇਹ ਗਲੀ ਬੰਦ ਹੈ, ਇਹ ਸਿਰਫ ਪੈਦਲ ਜਾਣ ਵਾਲਿਆਂ ਵਾਸਤੇ ਵੀ। ਚਲੋ ਵਾਪਸ ਚਲੀਏ। ਉਹ ਦੂਰ ਪੂਰਾ ਸ਼ਹਿਰ ਨਜ਼ਰ ਆ ਰਿਹਾ ਇੱਥੋਂ ਨਾ। ਬੇਸਿਕਲੀ ਇਹ ਇੱਕ ਮੁਹੱਲਾ ਹੈ, ਇਹ ਇੱਕ ਮੁਹੱਲਾ ਹੈ ਨਾ, ਮਤਲਬ ਇੱਕ ਮੇਨ ਸੜਕ ਨਹੀਂ ਹੈ। ਇਸ ਵਜ੍ਹਾ ਤੋਂ ਇਸ ਏਰੀਆ ਦੇ ਵਿੱਚ ਉਹੀ ਲੋਕ ਆਉਣਗੇ ਜਿਨ੍ਹਾਂ ਦਾ ਕੋਈ ਘਰ ਹੋਏਗਾ, ਜਿਹੜੇ ਇੱਥੇ ਰਹਿੰਦੇ ਨੇ। ਇਹ ਝੰਡੇ ਲੱਗੇ ਨੇ, ਅਮੂਮਨ ਉਦੋਂ ਲੱਗੇ ਹੁੰਦੇ ਨੇ ਜਦੋਂ ਕੋਈ ਪਲਾਟ ਵਿਕਣ ਵਾਸਤੇ ਹੁੰਦਾ ਨਾ। ਇਹ ਪਲਾਟ ਲੱਗਦਾ ਕਿਸੇ ਨੇ ਵੇਚਣ ਵਾਸਤੇ ਲਾਇਆ ਹੋਇਆ, ਫ਼ੋਨ ਨੰਬਰ ਵੀ ਲਿਖਿਆ ਹੋਇਆ ਵਿਕਣ ਵਾਸਤੇ। ਇਹ ਜਗ੍ਹਾ ਮੈਂ ਘੁੰਮ ਕੇ ਦੁਬਾਰਾ ਉਸੇ ਜਗ੍ਹਾ ਤੋਂ ਲੱਗਦਾ ਨਿਕਲ ਆਇਆ। ਮਜ਼ਦੂਰ ਲੋਕਾਂ ਨੇ ਇਸ ਤਰ੍ਹਾਂ ਛੋਟੀਆਂ ਜਿਹੜੀਆਂ ਨਾ, ਉਹ ਇਹਨੂੰ ਕੀ ਕਹਾਂਗੇ, ਵੀਲ ਚੇਅਰ ਕਹਾਂਗੇ ਜਾਂ ਮੋਟਰ ਕਹਾਂਗੇ, ਕੀ ਇਲੈਕਟ੍ਰੀਕਲ ਰੱਖੀਆਂ ਨੇ। ਇਹਨਾਂ 'ਚ ਬਹੁਤ ਜ਼ਿਆਦਾ ਪਾਵਰ ਹੁੰਦੀ ਹੈ। ਇਸ ਤਰ੍ਹਾਂ ਪਹਾੜਾਂ 'ਚ ਈਜ਼ੀਲੀ ਕਿੱਧਰ ਮਰਜ਼ੀ ਜਾ ਸਕਦੇ ਨੇ। ਇਹ ਪੀਲੀ ਟੋਪੀਆਂ ਵਾਲੇ ਬੱਚੇ ਜਿਹੜੇ ਨੇ, ਇਹ ਸਕੂਲੋਂ ਵਾਪਸ ਆ ਰਹੇ ਨੇ। ਇੰਝ ਲੱਗਦਾ ਨਾ ਜਿਵੇਂ ਕਿਸੇ ਗੇਮ ਦੇ ਅੰਦਰ ਇਹ ਬੰਦਾ, ਕੋਈ ਗੇਮ ਹੈ, ਕੋਈ ਸਾਫ ਸੁਥਰੀ ਇੰਝ ਦੁਨੀਆ, ਨਵੀਂ ਦੁਨੀਆ। ਅੱਜ ਕੰਮ ਜਿਹੜਾ ਨਾ ਉਹ ਮੱਠਾ ਹੀ ਹੈ। ਕਦੀ ਬਿਲਕੁਲ ਹੀ ਕੰਮ ਠੱਪ ਹੋ ਜਾਂਦਾ, ਖਲੋਤੇ ਰਹੀਦਾ, ਆਰਡਰ ਹੀ ਨਹੀਂ ਆਉਂਦੇ। ਅੱਜ ਵੀ ਉਸ ਤਰ੍ਹਾਂ ਦਾ ਹੀ ਕੋਈ। ਇਹ ਹੁਣ ਇੱਕ ਆਰਡਰ ਆਇਆ, ਔਰ ਅਗਰ ਆਰਡਰ ਆਉਂਦਾ ਵੀ ਹੈ ਨਾ, ਤਾਂ ਉਹ ਕਾਫੀ ਸਸਤਾ ਹੁੰਦਾ। ਮਤਲਬ ਹੈ ਕਿ ਉਹ ਵਾਰੇ ਨਹੀਂ ਖਾ ਰਿਹਾ ਹੁੰਦਾ, ਲੇਕਿਨ ਆਪਣੀ ਕੋਸਟ ਪੂਰੀ ਕਰਨ ਵਾਸਤੇ ਪੈਟਰੋਲ ਦੀ ਚੁੱਕਣਾ ਪੈਂਦਾ। ਹੁਣ ਚੁੱਕ ਲਿਆ ਇੱਕ ਮੈਂ, ਨਾਲੇ ਉਹ ਘਰੋਂ ਮੈਂ ਕਾਫੀ ਦੂਰ ਆਇਆ ਸਾਂ, ਅਤੇ ਉਹ ਹੈ ਵੀ ਘਰ ਵਾਲੇ ਪਾਸੇ ਦਾ, ਅਤੇ ਅੱਧਾ ਏਰੀਆ ਘਰ ਦਾ ਕਵਰ ਹੋ ਜਾਏਗਾ। ਮੈਂ ਇਹੀ ਸਮਝਾਂਗਾ ਕਿ ਮੈਨੂੰ ਘਰ ਜਾਣ ਦੇ ਪੈਸੇ ਲੱਭ ਗਏ ਨੇ। ਉਂਝ ਵੀ ਤਾਂ ਕੰਮ ਨਹੀਂ ਸੀ ਨਾ ਆਉਣਾ।
ਜਦੋਂ ਫਿਰ ਕੰਮ ਨਹੀਂ ਹੁੰਦਾ ਨਾ, ਉਦੋਂ ਫਿਰ ਮੈਂ ਸਾਈਡ 'ਤੇ ਖੜੇ ਹੋ ਕੇ ਨਾ ਜ਼ੇਨ 'ਚ ਮੈਂ ਰੱਖਿਆ ਹੁੰਦਾ ਕਿ ਮੈਂ ਹੁਣ ਕਿਸ ਟੌਪਿਕ ਦੇ ਉੱਤੇ ਵੀਡੀਓ ਬਣਾਉਣੀ ਹੈ, ਕਾਫੀ ਚੀਜ਼ਾਂ ਦੇ ਉੱਤੇ ਗੱਲਬਾਤ ਕਰਨੀ ਹੁੰਦੀ ਹੈ ਨਾ, ਉਹ ਮੈਂ ਲਿਖ ਕੇ ਰੱਖੇ ਹੈ ਆਪਣੇ ਨੋਟ ਦੇ ਵਿੱਚ ਨਾ। ਅਤੇ ਫਿਰ ਮੈਂ ਸਾਈਡ 'ਤੇ ਖੜੇ ਹੋ ਕੇ ਕੋਈ ਅੱਛਾ ਜਿਹਾ, ਜਿੱਥੇ ਕਿ ਕੋਈ ਡਿਸਟਰਬ ਨਾ ਹੋਵੇ, ਕੋਈ ਸ਼ੋਰ ਨਾ ਹੋਵੇ, ਕਿਸੇ ਪਾਰਕ ਦੀ ਸਾਈਡ 'ਤੇ ਜਾਂ ਇੱਧਰ ਉੱਧਰ ਨਾ ਖੜੇ ਹੋ ਕੇ ਫਿਰ ਮੈਂ 2-4 ਕਲਿੱਪ ਰਿਕਾਰਡ ਕਰ ਲੈਣਾ। ਇਹ ਕੰਮ ਸੌਖਾ ਨਹੀਂ ਹੈ। ਫਿਰ ਘਰ ਜਾ ਕੇ ਉਹਨਾਂ ਨੂੰ ਫਿਰ ਜੋੜਨਾ ਹੁੰਦਾ, ਉਹ ਕਲਿੱਪਸ ਨੂੰ ਫਿਰ ਐਡੀਟਿੰਗ ਕਰਨੀ ਹੁੰਦੀ ਹੈ, ਫਿਰ ਉਹ ਲਾਣੀ ਹੁੰਦੀ ਹੈ ਵੀਡੀਓ। ਕੁਝ ਲੋਕ ਅਜੇ ਵੀ ਸ਼ਿਕਾਇਤ ਕਰਦੇ ਨੇ ਕਿ ਤੁਸੀਂ ਕਮੈਂਟ ਦਾ ਅਤੇ ਮੈਸੇਜ ਦਾ ਜਵਾਬ ਨਹੀਂ ਦਿੰਦੇ। ਮੈਂ ਬੜੀ ਕੋਸ਼ਿਸ਼ ਕਰਨਾ, ਤੁਸੀਂ ਡਿਟੇਲ ਦੇ ਵਿੱਚ ਕਮੈਂਟ ਕਰੋਗੇ ਜਾਂ ਵੋਇਸ ਮੈਸੇਜ ਕਰੋਗੇ, ਉਹ ਵੋਇਸ ਮੈਸੇਜ ਤਾਂ ਮੈਂ ਲਾਜ਼ਮੀ ਸੁਣਨਾ ਵਾ ਨਾ। ਹਾਂ, ਹੁਣ ਮੈਂ ਐਸੇ ਵੋਇਸ ਮੈਸੇਜ ਦਾ ਜਵਾਬ ਨਹੀਂ ਦੇ ਸਕਦਾ, ਕੀ ਹਾਲ ਹੈ ਸ਼ੁਏਬ ਭਾਈ, ਠੀਕ ਹੋ, ਬਸ ਖਤਮ, ਜਾਂ ਸ਼ੁਏਬ ਭਾਈ ਥੋੜ੍ਹੇ ਜਿਹੇ ਪੈਸੇ ਦੇ ਦਿਓ, ਇਹਦਾ ਵੀ ਜਵਾਬ ਨਹੀਂ ਦੇ ਸਕਦਾ। ਮੇਰੇ ਕੋਲ ਇਹ ਹੀ ਤੁਹਾਨੂੰ ਦੱਸਣ ਵਾਸਤੇ ਇੱਕ ਮਾਲੂਮਾਤ ਹੀ ਹੋ ਸਕਦੀ ਹੈ। ਕਈ ਲੋਕਾਂ ਵਾਸਤੇ ਉਹ ਮਾਲੂਮਾਤ ਹੀ ਲੱਖਾਂ ਦੀ ਹੈ, ਅਤੇ ਕਈ ਕਹਿੰਦੇ ਨੇ ਕਿ ਜਦੋਂ ਤੱਕ ਤੁਸੀਂ ਸਾਡੀ ਮਾਲੀ ਮਦਦ ਨਹੀਂ ਨਾ ਕਰੋਗੇ ਜਾਂ ਸਾਨੂੰ ਸਹੀ ਕੋਈ ਯਾਨੀ ਕਿ ਬੜੀ ਵੱਡੀ ਕੋਈ ਮਦਦ ਨਹੀਂ ਕਰੋਗੇ, ਅਤੇ ਅਸੀਂ ਉਹਨੂੰ ਮਦਦ ਹੀ ਨਹੀਂ ਸਮਝਦੇ। ਮੇਰੇ ਖਿਆਲ 'ਚ ਇਸ ਦੌਰ ਦੇ ਵਿੱਚ ਸੱਚ ਬੋਲਣਾ ਔਰ ਤੁਹਾਨੂੰ ਸਹੀ ਗੱਲ ਦੱਸਣਾ, ਇੰਨੀ ਖੋਜ ਕਰਕੇ, ਇੰਨੀ ਮਿਹਨਤ ਕਰਕੇ ਮੈਂ ਚੀਜ਼ਾਂ ਦੀ ਮਾਲੂਮਾਤ ਲੈਣਾ ਵਾ ਔਰ ਤੁਹਾਨੂੰ ਉਹ ਮੁਫਤ ਮਿਲ ਜਾਂਦੀ ਹੈ। ਮੈਂ ਮੁਖਤਲਿਫ ਮੁਲਕਾਂ ਦੇ ਵਿੱਚ ਘੁੰਮਣ ਫਿਰਨ ਜਾਂਦਾ ਵਾਂ, ਐਵੇਂ ਹੀ ਚਲਾ ਜਾਣਾ, ਇੱਕ ਚੀਜ਼ ਦੇ ਬਾਰੇ ਡਿਟੇਲ ਮੈਨੂੰ ਲੱਭਣੀ ਪੈਂਦੀ ਹੈ, ਪਤਾ ਕਰਨੀ ਪੈਂਦੀ ਹੈ, ਇੰਨਾ ਜ਼ਿਆਦਾ ਖਪਣਾ ਪੈਂਦਾ ਹੈ। ਉਹ ਤੁਹਾਨੂੰ ਇੱਕ ਛੋਟੀ ਜਿਹੀ ਵੀਡੀਓ ਦੀ ਸ਼ਕਲ 'ਚ, ਛੋਟੇ ਜਿਹੇ ਵਲੌਗ ਦੀ ਸ਼ਕਲ 'ਚ ਸਾਰੀ ਮਾਲੂਮਾਤ ਮਿਲ ਜਾਂਦੀ ਹੈ। ਤੁਹਾਨੂੰ ਹੌਸਲਾ ਹੋ ਜਾਂਦਾ ਕਿ ਯਾਰ ਅੱਛਾ ਇੰਝ ਹੁੰਦਾ, ਇੰਝ ਜਾਣਾ। ਮੈਂ ਪਾਗਲ ਹੋ ਗਿਆ, ਸਹੀ ਨਹੀਂ ਦੱਸ ਰਿਹਾ ਰਸਤਾ। ਇੱਧਰ ਰਸਤਾ ਹੈ ਤਾਂ ਸਹੀ, ਇੱਥੇ ਕੋਈ ਬੋਰਡ ਸ਼ੋਰਡ 'ਤੇ ਕੋਈ ਨਹੀਂ ਲੱਗਿਆ ਇੱਥੇ ਨਾ ਕਿ ਬਾਈਕ ਜਿਹੜੀ ਜਾ ਨਹੀਂ ਸਕਦੀ। ਮੈਂ ਚਲਾ ਜਾ ਕੇ ਵੇਖਣਾ ਭਲਾ ਇੱਥੇ ਵਾਹਣੀ ਵਿੱਚ ਨਾ ਡਿੱਗ ਜਾਵਾਂ, ਕਿਉਂਕਿ ਉੱਧਰੋਂ ਬੋਰਡ ਲੱਗਿਆ ਹੁੰਦਾ, ਫਿਰ ਮੈਂ ਬਿਲਕੁਲ ਨਹੀਂ ਸੀ ਜਾਣਾ। ਬੋਰਡ ਕੋਈ ਨਹੀਂ ਲੱਗੇ। ਇਹ ਰੈਸਟੋਰੈਂਟ ਜਿੱਥੋਂ ਮੈਂ ਆਰਡਰ ਚੁੱਕਣਾ, ਵਾਹ ਗੱਲ ਬਣ ਗਈ ਮੇਰੀ, ਸ਼ਾਰਟ ਕਰਨੀ ਤੇ ਉੱਤੋਂ ਘੁੰਮ ਕੇ ਆਉਣਾ ਪੈਣਾ ਸੀ। ਜ਼ਬਰਦਸਤ ਹੋ ਗਿਆ। ਇਹ ਬਾਈਕ ਖੜੀ ਕਰਨ ਲਈ ਜਗ੍ਹਾ। ਓਕੇ, ਆਰਡਰ ਰਿਸੀਵ ਕਰ ਲਈਏ। ਇਹੀ ਹੈ ਨਾ, ਇਹੀ ਰੈਸਟੋਰੈਂਟ ਹੈਗੀ ਹੈ, ਨਾ ਕਨਫਰਮ ਕਰਨਾ ਪੈਂਦਾ ਨਾ। ਵਾਹ, ਇਹਨਾਂ ਨੇ ਵੀ ਮਸ਼ੀਨ ਲਾ ਦਿੱਤੀ ਹੈ, ਜ਼ਬਰਦਸਤ ਯਾਰ। ਇੱਥੇ ਮੈਂ ਆਰਡਰ ਦਾ ਨੰਬਰ ਲਿਖਾਂਗਾ ਅਤੇ ਮੇਰਾ ਆਰਡਰ ਖੁੱਲ੍ਹ ਜਾਏਗਾ। ਖੁੱਲ੍ਹ ਗਿਆ। ਪਹਿਲੇ ਗਲਤ ਕੋਡ ਡਾਇਲ ਕਰ ਦਿੱਤਾ ਸੀ ਮੈਂ। ਕਿਆ ਬਾਤ ਹੈ, ਜ਼ਬਰਦਸਤ। ਇਹ ਹੁਣ ਕੋਈ ਕੰਪਨੀ ਹੈ, ਰੈਸਟੋਰੈਂਟਸ ਨੂੰ ਇਹ ਮਸ਼ੀਨ ਤਿਆਰ ਕਰਕੇ ਦਿੰਦੀ ਹੋਣੀ ਹੈ। ਇਹ ਇੱਕ ਨਵਾਂ ਬਿਜ਼ਨਸ ਸਮਝ ਲਓ ਬਣ ਗਿਆ। ਇਹ ਹੁਣ ਇਸ ਕੰਪਨੀ ਦੇ ਜਿਹੜੇ ਉਹ ਹੋਣਗੇ ਸੇਲਸਮੈਨ, ਉਹ ਮੁਖਤਲਿਫ ਰੈਸਟੋਰੈਂਟਸ 'ਚ ਜਾ ਕੇ ਅਤੇ ਉਹਨਾਂ ਨੂੰ ਆਪਣੀ ਸਰਵਿਸਿਜ਼ ਦੱਸਦੇ ਹੋਣਗੇ ਕਿ ਅਸੀਂ ਤੁਹਾਨੂੰ ਇਹ ਮਸ਼ੀਨ ਲਾ ਕੇ ਦਿਆਂਗੇ, ਇੰਝ ਉਂਝ ਨਾ। ਇਸ ਤਰ੍ਹਾਂ ਇੱਥੇ ਫੌਰਨ ਟੈਕਨੋਲੋਜੀ ਦੀ ਯਾਨੀ ਕਿ ਇਸਤੇਮਾਲ ਹੈ। ਹਰ ਰੈਸਟੋਰੈਂਟ ਫਿਰ ਆਹਿਸਤਾ ਆਹਿਸਤਾ ਇਹਨੂੰ ਲੈਣਾ ਸ਼ੁਰੂ ਕਰ ਦਿੰਦਾ। ਇਹ ਬਾਕਾਇਦਾ ਯਾਨੀ ਕਿ ਜਿਵੇਂ ਦੱਸਦੇ ਨੇ ਕਿ ਸਾਡੇ ਇੰਨੇ ਰੈਸਟੋਰੈਂਟ ਹੋ ਚੁੱਕੇ ਨੇ ਜਿਹੜੇ ਸਾਡੇ ਕੋਲੋਂ ਮਸ਼ੀਨਾਂ ਲਵਾਉਂਦੇ ਨੇ, ਤੁਸੀਂ ਵੀ ਲਵਾਓ। ਇੰਝ ਹੌਲੀ ਹੌਲੀ ਵੇਖਾ ਵੇਖੀ ਜਾਪਾਨ ਦੇ ਵਿੱਚ ਵੇਖਾ ਵੇਖੀ ਬਹੁਤ ਜ਼ਿਆਦਾ ਟਰੈਂਡ ਫਾਲੋ ਕੀਤਾ ਜਾਂਦਾ ਹੈ। ਫਿਰ ਸਾਰੇ ਹੀ ਇਹ ਮਸ਼ੀਨਾਂ ਇਸ ਤਰ੍ਹਾਂ ਆਹਿਸਤਾ ਆਹਿਸਤਾ ਹੁਣ ਕਾਫੀ ਜਗ੍ਹਾ 'ਤੇ ਨਜ਼ਰ ਆਉਣਾ ਸ਼ੁਰੂ ਹੋ ਗਈਆਂ ਨੇ। ਲੋ, ਆਰਡਰ ਆਪਣਾ ਰਿਸੀਵ ਹੋ ਗਿਆ। ਆਰਡਰ ਵੈਰੀਫਾਈਡ, ਕੰਪਲੀਟ ਪਿਕਅਪ। ਇਹ ਆਰਡਰ ਡਿਲੀਵਰ ਕਰਨੇ ਆ, 20 ਮਿੰਟਾਂ 'ਚ ਡਿਲੀਵਰ ਹੋਣਾ। ਉਸ ਤੋਂ ਬਾਅਦ ਨਾਲ ਹੀ ਘਰ ਚਲੇ ਜਾਵਾਂਗੇ। ਉਹ ਸਾਹਮਣੇ ਪੁਲਿਸ ਵਾਲਾ ਖਲੋਤੇ ਆ, ਇੱਕ ਉੱਥੇ ਖਲੋਤੇ ਆ, ਇੱਕ ਦੂਜੇ ਪਾਸੇ ਕਿਧਰੇ ਚੁੱਪ ਕੇ ਖਲੋਤੇ ਹੋਣਾ। ਜਿਸ ਟਾਈਮ ਹੀ ਕਿਸੇ ਨੇ ਗਲਤ ਇਸ਼ਾਰਾ ਕ੍ਰਾਸ ਕੀਤਾ, ਨਾਲ ਹੀ ਉਹਨੇ ਸੀਟੀ ਵਜਾ ਦੇਣੀ ਹੈ। ਜਿਸ ਤਰ੍ਹਾਂ ਪਾਕਿਸਤਾਨ 'ਚ ਨਾਕੇ ਲਾ ਕੇ ਪੁਲਿਸ ਖਲੋਂਦੀ ਹੈ ਨਾ, ਇਸ ਤਰ੍ਹਾਂ ਇਹ ਵੀ ਕਦੀ ਕਦੀ ਆ ਜਾਂਦੇ ਨੇ, ਨਾਕਾ ਲਾ ਲੈਂਦੇ ਨੇ। ਇਹ ਨਾਕਾ ਨਹੀਂ ਲਾਉਂਦੇ, ਚੈੱਕ ਨਹੀਂ ਕਰਦੇ, ਇਹ ਸਿਰਫ ਗਲਤੀ ਦੇ ਬੰਦੇ ਨੂੰ ਫੜਦੇ ਨੇ। ਜਿਹੜਾ ਰੈੱਡ ਸਿਗਨਲ ਕ੍ਰਾਸ ਕਰ ਜਾਂਦਾ ਹੈ ਜਾਂ ਗਲਤ ਲੇਨ ਕ੍ਰਾਸ ਕਰ ਜਾਂਦਾ, ਉਹਨੂੰ ਕਾਬੂ ਕਰਦੇ ਨੇ। ਇਹ ਹੁਣ ਗਰੀਨ ਹੈ, ਗਰੀਨ ਖੁੱਲ੍ਹਾ ਹੈ, ਲੇਕਿਨ ਕਿ ਮੈਨੂੰ ਜਦੋਂ ਤੱਕ ਜਗ੍ਹਾ ਨਹੀਂ ਮਿਲੇਗੀ ਮੈਂ ਨਹੀਂ ਜਾ ਸਕਦਾ, ਕਿਉਂਕਿ ਉਹਨਾਂ ਦਾ ਵੀ ਖੁੱਲ੍ਹਾ। ਹੁਣ ਜਗ੍ਹਾ ਮਿਲੀ ਹੈ ਥੋੜ੍ਹੀ ਜਿਹੀ, ਨਾਲ ਹੀ ਮੈਂ ਕੱਢ ਲਿਆ। ਇੱਧਰ ਹੁਣ ਮੈਂ ਸਿੱਧਾ ਜਾਣਾ। ਇਹ ਹੁਣ ਰੈੱਡ ਹੈ। ਅਤੇ 2 ਦਿਨ ਪਹਿਲੇ ਨਾ ਮੈਂ ਉੱਧਰੋਂ ਆ ਰਿਹਾ ਸਾਂ ਨਾ, ਅਤੇ ਇੱਧਰ ਮੇਰਾ ਗਰੀਨ ਇਸ ਪਾਸੇ ਨਾ ਮੈਨੂੰ ਨਜ਼ਰ ਆਉਂਦਾ। ਅਗਰ ਮੈਂ ਉੱਥੇ ਖੜ੍ਹਾ ਹਾਂ, ਅਗਰ ਮੈਂ ਉਸ ਜਗ੍ਹਾ 'ਤੇ ਖੜ੍ਹਾ ਹਾਂ ਤਾਂ ਮੈਨੂੰ ਇੱਥੋਂ ਗਰੀਨ ਨਜ਼ਰ ਆਉਣਾ। ਅਤੇ
ਜਦੋਂ ਮੈਂ ਉਧਰੋਂ ਮੁੜ ਕੇ ਇੱਧਰ ਆਉਣਾ ਹੈ, ਤੇ ਇਹ ਜਿਹੜਾ ਰੈੱਡ ਹੈ ਇਹ ਮੇਰਾ ਨਹੀਂ ਹੈ, ਇਹ ਮੇਰੇ ਤੋਂ ਪਿੱਛੇ ਆ ਲਿਆਂਦਾ ਹੈ। ਇਸ ਵਜ੍ਹਾ ਤੋਂ ਕਈ ਸਮਝਦੇ ਪਏ ਸਨ ਕਿ ਮੈਂ ਰੈੱਡ ਸਿਗਨਲ ਤੋਂ ਕ੍ਰਾਸ ਕੀਤਾ ਹੈ, ਹਾਲਾਂਕਿ ਮੈਂ ਗ੍ਰੀਨ 'ਤੇ ਹੀ ਆਇਆ ਵਾਂ। ਔਰ ਵੀਡੀਓਜ਼ ਦੇ ਵਿੱਚ ਅਗਰ ਮੈਂ ਰੈੱਡ ਕ੍ਰਾਸ ਕੀਤਾ ਵੀ ਹੈ ਗਲਤੀ ਨਾਲ, ਤਾਂ ਮੈਂ ਕਦੀ ਵੀ ਨਹੀਂ ਸ਼ੋਅ ਕਰਾਂਗਾ ਕਿ ਮੈਂ ਰੈੱਡ ਕ੍ਰਾਸ ਕੀਤਾ। ਤਾਂ ਸਬੂਤ ਦੇਣ ਵਾਲੀ ਗੱਲ ਹੋ ਗਈ ਨਾ ਕਿ ਮੈਂ ਜੀ ਜੁਰਮ ਕੀਤਾ, ਉਹ ਤੋਂ ਸਬੂਤ ਹੈ ਜੁਰਮ ਹੈ ਰੈੱਡ ਸਿਗਨਲ ਕ੍ਰਾਸ ਕਰਨਾ। ਤੁਹਾਨੂੰ ਦੱਸਿਆ ਸੀ ਕਿ ਮਹੱਲਿਆਂ ਦੇ ਅੰਦਰ ਜਿਹੜਾ ਨਾ ਕਿ ਜ਼ਮੀਨ ਦੇ ਉੱਤੇ, ਸੜਕ ਦੇ ਉੱਤੇ ਨੰਬਰ ਲਿਖੇ ਹੁੰਦੇ ਨੇ। ਇਹ ਸਾਹਮਣੇ ਲਿਖਿਆ 30, ਇਹ 30 ਲਿਖਿਆ ਹੈ ਨਾ, ਇਸ 30 ਦਾ ਮਤਲਬ ਹੈ ਕਿ ਇੱਥੇ 3 ਦੀ ਸਪੀਡ ਰੱਖਣੀ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ 3 ਦੇ ਉੱਤੇ ਪੂਰੀ ਸੂਈ ਰੱਖ ਕੇ ਚਲਾਉਣੀ ਹੈ ਜਾਂ 3 ਤੋਂ ਉੱਤੇ ਜਾ ਹੀ ਨਹੀਂ ਸਕਦੇ। ਇਹ ਸਿਰਫ ਦੱਸਿਆ ਗਿਆ ਕਿ ਭਾਈ ਇੱਥੋਂ ਦੀ ਲਿਮਿਟ ਜਿਹੜੀ ਹੈ 30 ਹੈ, 35-40 ਤੱਕ ਤੁਸੀਂ ਜਾ ਸਕਦੇ ਹੋ। ਮਤਲਬ ਇਹ ਕਿ ਰੂਲ ਨਹੀਂ ਹੈ, ਜੇ ਤੁਹਾਨੂੰ ਉਹ ਫੜਨਾ ਚਾਹੁੰਦੇ ਹੋ ਤੁਹਾਨੂੰ 35 'ਤੇ ਵੀ ਫੜ ਸਕਦੇ ਨੇ, ਲੇਕਿਨ ਕਿ ਨਹੀਂ ਫੜਦੇ ਹੋ ਨਾ। ਯਾਨੀ ਕਿ ਸਿਰਫ ਦੱਸਿਆ ਗਿਆ ਕਿ ਤੁਸੀਂ ਸਲੋ ਚਲਾਉਣੀ ਹੈ, ਬਸ ਇਹ ਮਕਸਦ ਹੈ। ਹੁਣ ਤੁਸੀਂ ਇੱਕਦਮ 45-50 'ਤੇ ਚਲੇ ਜਾਓ ਤੇ ਫਿਰ ਤੇ ਉਹ ਗੱਲ ਗਲਤ ਹੈ। ਇਹ ਇੱਕ ਇੰਡੀਅਨ ਰੈਸਟੋਰੈਂਟ ਹੈ। ਅੱਛਾ, ਇੰਡੀਅਨ ਰੈਸਟੋਰੈਂਟਸ ਵਾਲਿਆਂ ਨੇ ਨਾ ਇੱਥੇ ਇਹੀ ਰੰਗ ਰੱਖਿਆ ਹੈ ਆਪਣਾ, ਆਪਣੇ ਝੰਡੇ ਦਾ ਨਾ, ਔਰੇਂਜ ਕਲਰ। ਹੁਣ ਇਹ ਵੇਖੋ ਕਿ ਕੈਸਾ ਨਿਜ਼ਾਮ ਹੈ ਕਿ ਉੱਧਰੋਂ ਜਿਹੜੀ ਗੱਡੀ ਆਉਣੀ ਹੈ ਉਹਨੂੰ ਪੂਰੀ ਜਗ੍ਹਾ ਚਾਹੀਦੀ ਹੈ। ਇਸ ਵਜ੍ਹਾ ਤੋਂ ਇਹ ਜਿਹੜਾ ਇੱਥੇ ਹੀ ਲਾਈਨ ਲਾ ਦਿੱਤੀ ਗਈ ਹੈ ਕਾਫੀ ਪਿੱਛੇ ਹੀ, ਤਾਂ ਕਿ ਜਿਹੜਾ ਬੰਦਾ ਰੁਕਾਵਟ ਨਾ ਪੈਦਾ ਕਰੇ। ਉੱਧਰੋਂ ਮੁੜਨ ਵਾਲੀ ਗੱਡੀ ਆਰਾਮ ਨਾਲ ਮੁੜ ਜਾਏ ਅਤੇ ਇੱਧਰੋਂ ਨਿਕਲ ਜਾਏਗੀ। ਆਪਣਾ ਇਸ਼ਾਰਾ ਗ੍ਰੀਨ ਹੋ ਗਿਆ, ਗੱਲਾਂ ਗੱਲਾਂ 'ਚ ਨਿਕਲੀਏ। ਚਲੋ 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 ਚਲੋ। ਅੱਛਾ, ਇਹ ਹੁਣ ਗੱਡੀ ਹੈ ਨਾ, ਅਤੇ ਇਸ ਬੰਦੇ ਨੇ ਪੈਟਰੋਲ ਪਵਾਇਆ ਅਤੇ ਇਹਦਾ ਪੈਟਰੋਲ ਵਾਲਾ ਜਿਹੜਾ ਖਾਨਾ ਹੈ ਨਾ ਉਹ ਖੁੱਲ੍ਹਾ। ਮੈਂ ਅਕਸਰ ਕਈ ਗੱਡੀਆਂ ਨੂੰ ਦੱਸ ਦਿੰਦਾ ਵਾਂ ਕਿ ਇਹਨਾਂ ਦਾ ਪੈਟਰੋਲ ਵਾਲਾ ਖਾਨਾ ਜਿਹੜਾ ਨਾ ਉਹ ਖੁੱਲ੍ਹਾ। ਫਿਰ ਉਹ ਅੰਦਰੋਂ ਬਹੁਤ ਸ਼ੁਕਰੀਆ ਅਦਾ ਕਰਦੇ ਨੇ। ਪੈਟਰੋਲ ਵਾਲਾ ਖਾਨਾ ਨਹੀਂ ਹੈ, ਪੈਟਰੋਲ ਵਾਲਾ ਜਿਹੜਾ ਉਹ ਡੱਬੀ ਹੁੰਦੀ ਹੈ। ਕੀ ਹੈ, ਇੱਕ ਤਾਂ ਮੈਨੂੰ ਨਾਂ ਨਹੀਂ ਆਉਂਦੇ, ਲੇਕਿਨ ਆਪਣੀ ਜ਼ੁਬਾਨ ਦਾ ਵੇਖੋ ਨਾ, ਇਹ ਫਾਇਦਾ ਹੁੰਦਾ ਕਿ ਤੁਸੀਂ ਐਵੇਂ ਕੋਈ ਅਜੀਬ ਜਾਂ ਚੀਜ਼ ਵੀ ਬੋਲੋਗੇ ਨਾ ਆਪਣੀ ਜ਼ੁਬਾਨ ਦੇ ਵਿੱਚ, ਅਤੇ ਅਗਲੇ ਬੰਦੇ ਨੂੰ ਸਮਝ ਆ ਜਾਏਗੀ। ਪੈਟਰੋਲ ਵਾਲੀ ਡੱਬੀ, ਪੈਟਰੋਲ ਵਾਲਾ ਦਰਵਾਜ਼ਾ, ਕਿੰਨੇ ਆਪਸ਼ਨਸ ਦੇ ਵਿੱਚ ਅਸੀਂ ਗੱਲ ਕਰ ਸਕਦੇ ਹਾਂ। ਲੇਕਿਨ ਇਹ ਕਿ ਬਾਜ਼ ਔਕਾਤ ਬਗੈਰ ਮਦਦ ਮੰਗੇ ਹੋਏ ਜਾਪਾਨ ਦਾ, ਹਾਂ ਇੱਕ ਹੋਰ ਤੁਹਾਨੂੰ ਦਿਲਚਸਪ ਚੀਜ਼ ਦੱਸਣਾ ਵਾ ਕਿ ਜਾਪਾਨ ਦੇ ਵਿੱਚ ਬਗੈਰ ਮਦਦ ਮੰਗੇ ਹੋਏ ਕਿਸੇ ਨੂੰ ਨਾ ਦਿਓ, ਉਹ ਉਲਟਾ ਤੁਹਾਡੇ ਗੱਲ ਵੀ ਪੈ ਸਕਦਾ। ਉਹਦੀ ਵਜ੍ਹਾ ਹੈ ਵੇ, ਹੋ ਸਕਦਾ ਕਿ ਉਹਦੀ ਉਹ ਚੀਜ਼ ਡੱਬੀ ਖਰਾਬ ਹੋਵੇ, ਉਹ ਬਾਅਦ 'ਚੋਂ ਖੁੱਲ੍ਹੇ ਹੀ ਨਾ, ਅਤੇ ਤੁਸੀਂ ਨੇਕੀ ਕਰੋ, ਉਹਨੂੰ ਬੰਦ ਕਰੋ, ਉਹ ਉਲਟਾ ਤੁਹਾਨੂੰ ਗਾਲਾਂ ਕੱਢਣਾ ਸ਼ੁਰੂ ਕਰ ਦੇਵੇ। ਇਹ ਕੀ ਕੀਤਾ ਜੀ? ਠੀਕ ਹੈ, ਉਹਦਾ ਹੱਲ ਇਹ ਵੇ ਕਿ ਤੁਸੀਂ ਹਲਕਾ ਜਿਹਾ ਉਹਨੂੰ ਇਸ਼ਾਰਾ ਕਰੋ ਔਰ ਉਹਨੂੰ ਦੱਸੋ ਕਿ ਇਹ ਤੇਰੀ ਡੱਬੀ ਜਿਹੜੀ ਹੈ ਖੁੱਲ੍ਹੀ ਹੈ। ਐਂ ਹਲਕਾ ਜਿਹਾ ਇਸ਼ਾਰਾ ਕਰੋ, ਉਹਨੂੰ ਸ਼ੀਸ਼ੇ 'ਚ ਨਜ਼ਰ ਆ ਜਾਏਗਾ। ਫਿਰ ਅਗਰ ਉਹ ਤੁਹਾਨੂੰ ਕਹੇ ਕਿ ਬੰਦ ਕਰ ਦੇ ਅਤੇ ਫਿਰ ਬੰਦ ਕਰ ਦਿਓ। ਜੇ ਉਹ ਨਾ ਕਹੇ, ਉਹ ਕਹੇ ਠੀਕ ਹੈ ਨੋ ਪ੍ਰੋਬਲਮ, ਅਤੇ ਫਿਰ ਤੁਸੀਂ ਕਹੋ ਠੀਕ ਹੈ ਓਕੇ। ਇਹ ਜਨਾਬ ਟੋਯੋਟਾ ਦੀ ਰੇਜ਼ ਹੈ, ਤੁਹਾਡੀ ਫੇਵਰੇਟ ਗੱਡੀ, ਪਾਕਿਸਤਾਨੀਆਂ ਦੀ ਫੇਵਰੇਟ ਗੱਡੀ ਟੋਯੋਟਾ ਰੇਜ਼। ਇਹ ਨਾਲ ਬਾਕਸ ਹੀ ਖੜੀ ਹੈ। ਇਹ ਨਾਲ ਕੀ ਕਿਹੜੀ ਹੈ, ਹੋਂਡਾ ਉਪਰਾਂ ਐਨ ਵੈਗਨ, ਉਹ ਉਪਰਾਂ ਐਵਰੀ ਡੱਬਾ ਕਿਹੜਾ ਪਤਾ ਨਹੀਂ। ਖੈਰ ਇਹ ਫੇਵਰੇਟ ਹੈ ਲੋਕਾਂ ਦੀ। ਅੱਛਾ, ਇਹ ਲੋ ਇੱਕ ਹੋਰ ਚੀਜ਼ ਤੁਹਾਨੂੰ ਦੱਸਣਾ, ਉਹ ਸਾਹਮਣੇ ਵੇਖ ਰਹੇ ਹੋ 1 2 3 4, ਇਹ ਜਾਪਾਨੀ ਦੇ ਵਿੱਚ ਕੁਝ ਲਿਖਿਆ ਹੋਇਆ, ਹੁਣ ਐਗਜ਼ੈਕਟ ਮੈਨੂੰ ਨਹੀਂ ਪਤਾ। ਇਹ ਗੱਤਾ ਇੱਥੇ ਨਾ ਤੁਸੀਂ ਫ੍ਰੀ ਗੱਤਾ ਸੁੱਟ ਸਕਦੇ ਹੋ। ਗੱਤਾ ਜਾਪਾਨ 'ਚ ਗੱਤਾ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ। ਕਈ ਲੋਕ ਡਿਲੀਵਰੀਜ਼ ਕਰਦੇ ਨੇ ਨਾ, ਉਹ ਐਮਾਜ਼ੋਨ ਔਰ ਇਹ ਵੋ, ਔਰ ਉਹ ਸਾਰਾ ਇਸ ਤਰ੍ਹਾਂ ਦੇ ਗੱਤਿਆਂ ਦੇ ਵਿੱਚ ਲਿਆਉਂਦੇ ਨੇ। ਇਹ ਗੱਤਾ ਲੋਕਾਂ ਦੇ ਘਰ ਬਹੁਤ ਜ਼ਿਆਦਾ ਇਕੱਠਾ ਹੋ ਜਾਂਦਾ ਹੈ, ਅਤੇ ਇਹ ਕਈ ਲੋਕਾਂ ਨੇ, ਜਾਪਾਨੀਆਂ ਨੇ ਇਹ ਬਿਜ਼ਨਸ ਜਿਹੜਾ ਨਾ ਸ਼ੁਰੂ ਕੀਤੇ ਹੈ। ਅਤੇ ਇਸ ਤਰ੍ਹਾਂ ਨਾ ਲੋਕ ਆਪਣਾ ਗੱਤਾ ਇੱਥੇ ਫ੍ਰੀ ਦੇ ਵਿੱਚ ਸੁੱਟ ਜਾਂਦੇ ਨੇ, ਅਤੇ ਉਹ ਪਰਾਂ ਉਹ ਕੱਪੜੇ ਵੀ ਨੇ, ਪਤਾ ਨਹੀਂ ਕੱਪੜੇ ਨੇ ਜਾਂ ਕੀ ਨੇ ਨਾ। ਅਤੇ ਇੱਥੇ ਲੋਕਾਂ ਦੀ ਇਮਾਨਦਾਰੀ ਇੱਥੇ ਵੀ ਹੈ ਕਿ ਵੇਖ ਲਓ ਕਿ ਇੱਥੇ ਲੋਕ ਸਿਰਫ ਗਲਤ ਚੀਜ਼ ਨਹੀਂ ਸੁੱਟ ਕੇ ਜਾਂਦੇ। ਗੱਤਾ ਜਾਂ ਕਾਗਜ਼ ਉਹ ਉਸੇ ਖਾਨੇ 'ਚ ਸੁੱਟ ਕੇ ਜਾਣਗੇ, ਮਜ਼ੀਦ ਗੰਦ ਨਹੀਂ ਪਾਉਣਗੇ। ਉਸ ਤਰੀਕੇ ਦੇ ਨਾਲ ਨਾ ਉਲਟਾ ਸ਼ੁਕਰੀਆ ਅਦਾ ਹੀ ਕਰਦੇ ਨੇ ਕਿ ਯਾਰ ਫ੍ਰੀ ਦੇ ਵਿੱਚ ਸਾਡਾ ਗੱਤਾ ਸੁੱਟਿਆ ਗਿਆ। ਮੈਂ ਇਹਦੀ ਇੱਕ ਫੋਟੋ ਲੈ ਲਵਾਂ, ਬਾਅਦ 'ਚੋਂ ਜਾ ਕੇ ਵੇਖਾਂਗਾ। ਗੱਤਾ ਕਾਫੀ ਜ਼ਿਆਦਾ ਇਕੱਠਾ ਹੋਏਗਾ, ਉਹ ਇਕੱਠਾ ਕਰਕੇ ਆਪਣਾ ਟਰੱਕ ਮਜ਼ਦਾ ਜੋ ਵੀ ਭਰ ਕੇ ਵੇਚ ਲੈਣਗੇ। ਇਸ ਤਰ੍ਹਾਂ ਹੀ ਸਾਰੇ ਦਿਨ ਦੀਆਂ ਥੋੜ੍ਹੀਆਂ ਐਕਟੀਵਿਟੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ। ਤੁਹਾਨੂੰ ਜਾਪਾਨ ਦੇ ਬਾਰੇ 'ਚ ਡਿਟੇਲਸ ਦੇ ਨਾਲ ਪਤਾ ਲੱਗਣਾ ਸ਼ੁਰੂ ਹੋ ਜਾਏਗਾ, ਜਾਪਾਨ ਦੇ ਵਿੱਚ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ, ਕੀ ਹੈ ਨਾ। ਥੋੜ੍ਹੀ ਜਿਹੀ ਇੱਕ ਛੋਟਾ ਜਿਹਾ 1 ਮਿੰਟ ਦਾ ਕਲਿੱਪ ਵੇਖ ਕੇ ਤੁਸੀਂ ਅੰਦਾਜ਼ਾ ਲਾ ਲੈਂਦੇ ਹੋ ਨਾ ਕਿ ਇਹ ਬੜਾ ਬੋਰਿੰਗ ਮੁਲਕ ਹੈ, ਬੜਾ ਇੰਝ ਅਤੇ ਬੜਾ ਉਂਝ। ਉਹੀ ਟਿਪੀਕਲ 3-4 ਗੱਲਾਂ, ਇਹ ਲੋਕ ਸੋਸ਼ਲ ਨਹੀਂ ਨੇ, ਇਹ ਇੰਝ ਨੇ, ਇਹ ਖੁਦਕੁਸ਼ੀਆਂ ਕਰਦੇ ਨੇ, ਇਹ ਉਹ ਇੰਝ ਨਹੀਂ ਤੁਹਾਨੂੰ ਪਤਾ ਲੱਗਣਾ। ਹੁਣ ਤੁਸੀਂ ਡੇਲੀ ਮੇਰੇ ਮਤਲਬ ਹੈ ਕਿ ਹਫ਼ਤੇ 'ਚ ਮੈਂ ਤਕਰੀਬਨ ਕੋਸ਼ਿਸ਼ ਕਰਾਂਗਾ 2 ਵਲੋਗਸ ਪਾਇਆ ਕਰਾਂਗਾ।
ਅੱਧੇ ਘੰਟੇ ਦੇ ਜਾਂ ਕਮ ਸੇ ਕਮ 15 ਤੋਂ 20 ਮਿੰਟ ਦੇ ਦਰਮਿਆਨ ਨਾ। ਅਤੇ ਉਹਦੇ 'ਚ ਤੁਹਾਨੂੰ ਆਹਿਸਤਾ ਜਾਪਾਨ ਦੀ ਰੀਅਲ ਲਾਈਫ ਦਾ ਅੰਦਾਜ਼ਾ ਹੋਣਾ ਸ਼ੁਰੂ ਹੋਏਗਾ। ਅਜੇ ਵੀ ਜਿਹੜਾ ਮੈਂ ਤੁਹਾਨੂੰ ਵਿਖਾ ਰਿਹਾ ਇਹ ਸਮਝ ਲਓ ਕਿ ਜਾਪਾਨ ਦਾ 20-25% ਹੈ, ਕਿਉਂਕਿ ਮੈਂ ਜਾਪਾਨੀ ਨਹੀਂ ਹਾਂ, ਮੈਂ ਇੱਕ ਫੋਰਨਰ ਹਾਂ। ਕਈ ਚੀਜ਼ਾਂ 'ਚ ਅਜੇ ਵੀ ਮੈਂ ਗਲਤ ਹੋਵਾਂਗਾ, ਮੈਨੂੰ ਸਮਝ ਨਹੀਂ ਆਏਗੀ, ਲੇਕਿਨ ਇਸ ਤਰ੍ਹਾਂ ਤੁਹਾਨੂੰ ਦੱਸ ਕੇ ਨਾ ਮੈਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲੇਗਾ। ਬਾਅਦ ਬਾਅਦ ਮੈਂ ਗਲਤ ਇਨਫੋਰਮੇਸ਼ਨ ਗਲਤੀ ਨਾਲ ਸ਼ੇਅਰ ਕਰ ਦਿਆਂਗਾ, ਲੋਕ ਸਵਾਲ ਉਠਾਉਣਗੇ, ਮੈਂ ਕਰੈਕਟ ਹੋਵਾਂਗਾ, ਫਿਰ ਮੈਂ ਆਪਣੀ ਵਾਈਫ ਨਾਲ ਸ਼ੇਅਰ ਕਰਾਂਗਾ ਗੱਲਾਂ, ਫਿਰ ਉਹ ਮੈਨੂੰ ਦੱਸੇਗੀ। ਇਸ ਤਰ੍ਹਾਂ ਮੇਰੀ ਮਾਲੂਮਾਤ 'ਚ ਵੀ ਕਾਫੀ ਜ਼ਿਆਦਾ ਇਜ਼ਾਫਾ ਹੁੰਦਾ ਜਾਏਗਾ। ਪੈਟਰੋਲ ਇੱਥੇ 2-3 ਦਿਨ ਕਾਫੀ ਮਹਿੰਗਾ ਹੋਇਆ, ਉਸ ਤੋਂ ਬਾਅਦ ਫਿਰ ਸਸਤਾ ਹੋ ਗਿਆ। ਮੈਂ ਸੁਣਿਆ ਕਿ ਜਾਪਾਨ ਦੇ ਕੋਲ ਬਹੁਤ ਜ਼ਿਆਦਾ ਵੱਡਾ ਜ਼ਖੀਰਾ ਮੌਜੂਦ ਹੈ ਆਪਣੇ, ਯਾਨੀ ਕਿ ਬੁਹਰਾਨ ਨੂੰ ਕਾਬੂ ਪਾਉਣ ਵਾਸਤੇ ਨਾ। ਤੇਲ ਦਾ ਬੁਹਰਾਨ ਥੋੜ੍ਹੀ ਦੇਰ ਵਾਸਤੇ ਹੋਇਆ ਅਤੇ ਇਹਨਾਂ ਨੇ ਆਪਣਾ ਜਿਹੜਾ ਜ਼ਖੀਰਾ ਕੀਤਾ ਹੋਇਆ ਤੇਲ ਇਹਨਾਂ ਉਹਨੂੰ ਕੱਢਿਆ। ਯਾਨੀ ਗਵਰਨਮੈਂਟ ਦੇ ਕੋਲ ਇੱਕ ਐਸੀ ਜਗ੍ਹਾ ਹੈ ਜਿੱਥੇ ਇਹਨਾਂ ਨੇ ਪਤਾ ਨਹੀਂ ਕਿੰਨੇ ਲੱਖ ਲੀਟਰ ਦੇ ਹਿਸਾਬ ਨਾਲ ਨਾ ਤੇਲ ਜਿਹੜਾ ਉਹ ਜ਼ਖੀਰਾ ਕੀਤੇ ਹੈ। ਫਿਰ ਉਹ ਤੇਲ ਆਪਣੇ ਯਾਨੀ ਕਿ ਸਨਅਤੀ ਜ਼ਰੂਰੀ ਆ ਜਿੱਥੇ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਉੱਥੇ ਪੂਰਾ ਕਰਨ ਵਾਸਤੇ ਉਹਨੂੰ ਕੱਢਦੇ ਨੇ। ਇਹ ਕੋਈ ਪਿਛਲੇ ਸਾਲ ਇਹ ਬਿਲਡਿੰਗ ਬਣੀ ਹੈ, ਵੇਅਰ ਹਾਊਸ ਹੈ। ਇੱਥੇ ਮੁਖਤਲਿਫ ਕੰਪਨੀਆਂ, ਐਮਾਜ਼ੋਨ ਹੋ ਗਿਆ ਔਰ ਮੁਖਤਲਿਫ ਪਾਰਸਲਸ ਦੀਆਂ ਕੰਪਨੀਆਂ ਦੇ ਵੇਅਰ ਹਾਊਸ ਨੇ। ਹਰ ਮੰਜ਼ਲ ਦੇ ਉੱਤੇ ਅਲੱਗਾ ਵੇਅਰ ਹਾਊਸ ਹੈ ਅਤੇ ਇੰਝ ਟਰੱਕ ਇੱਥੋਂ ਘੁੰਮ ਕੇ ਸਿੱਧੇ ਉੱਤੇ ਤੱਕ ਚਲੇ ਜਾਂਦੇ ਨੇ, ਉੱਤੋਂ ਹੀ ਲੋਡ ਹੁੰਦੇ ਨੇ ਨਾਲ ਹੀ ਥੱਲੇ। ਬੜਾ ਨਿਜ਼ਾਮ ਹੈ। ਔਰ ਇਸ ਵੇਅਰ ਹਾਊਸ ਦੇ ਵਿੱਚ ਬਹੁਤ ਜ਼ਿਆਦਾ ਜੋਬਸ ਨੇ। ਮਤਲਬ ਮੈਂ 5-6 ਦਫਾ ਮੁਖਤਲਿਫ ਕੰਪਨੀਆਂ ਦੇ ਵਿੱਚ ਜੋਬ ਅਪਲਾਈ ਕਰ ਸਕਦਾ ਵਾਂ। ਇੱਕ ਜਗ੍ਹਾ ਪਸੰਦ ਨਹੀਂ ਆਈ, ਦੂਜੀ 'ਤੇ, ਤੀਜੀ 'ਤੇ, ਚੌਥੀ 'ਤੇ ਇੰਨੀਆਂ ਕੰਪਨੀਆਂ ਇੱਥੇ ਕੰਮ ਕਰ ਰਹੀਆਂ। ਇਹ ਨਾਲ ਦਰਿਆ ਚੱਲ ਰਿਹਾ, ਸਤ੍ਹਾ ਥੱਲੇ ਹੀ ਰਹਿੰਦੀ ਜਦੋਂ ਬਾਰਿਸ਼ ਹੁੰਦੀ ਹੈ ਤਾਂ ਫਿਰ ਉੱਤੇ ਆ ਜਾਂਦਾ। ਪਹੁੰਚ ਗਏ ਹਾਂ ਲੋਕੇਸ਼ਨ 'ਤੇ। ਹਾਏ ਹਾਏ ਹਾਏ, ਇਹ ਲੱਗਦਾ ਬਿਲਡਿੰਗ ਹੈ, ਇੱਥੇ ਦੇਣਾ ਆਰਡਰ ਕਿਹਾ ਜੀ ਕਿ ਦਰਵਾਜ਼ੇ ਦੇ ਬਾਹਰ ਰੱਖਣਾ ਹੈ ਬਸ। DC की चलो जी इसे बाहर रख के आइए। मैं जनाब आर्डर है जो असी बड़े प्यार नाल लैके आए हैं। हुण इस तरह इहदे नाल फोटो लावांगे, फोटो ला के कस्टमर नूं चली जाएगी। ऑर्डर डिलीवर हो गया। चलिए हुण घर चलिए। लो दोस्तों, ਅੱਜ ਦਾ ਦਿਨ ਮੇਰਾ ਕੰਪਲੀਟ ਹੋ ਗਿਆ। ਅੱਜ ਮੈਂ ਇੰਨਾ ਹੀ ਕੰਮ ਕਰਨਾ ਸੀ। ਦੋ ਔਰਤਾਂ ਗੁਜ਼ਰੀਆਂ ਆਪਣਾ ਕੁੱਤਾ ਲੈ ਕੇ ਨਾ, ਇਹਨਾਂ ਦਾ ਕੁੱਤਾ ਬਿਮਾਰ ਹੈ। ਇਹ ਐਂਡ ਤੱਕ ਆਪਣੇ ਕੁੱਤਿਆਂ ਦਾ ਸਾਥ ਨਹੀਂ ਛੱਡਦੇ। ਐਂਡ ਤੱਕ ਉਹ ਨਬੀਨਾ ਹੋ ਜਾਂਦਾ ਹੈ, ਜਿਸ ਤਰ੍ਹਾਂ ਮਤਲਬ ਫੈਮਿਲੀ ਮੈਂਬਰ ਹੁੰਦਾ ਕਿ ਉਹਨੂੰ ਛੱਡਿਆ ਨਹੀਂ ਜਾ ਸਕਦਾ, ਉਹਦਾ ਸਾਥ ਨਹੀਂ ਛੱਡਦੇ ਕੁੱਤੇ ਦਾ ਨਾ। ਐਂਡ ਤੱਕ ਫਿਰ ਉਹਦਾ ਬਕਾਇਦਾ ਇਹਨਾਂ ਦੇ ਕੁੱਤੇ ਦਾ ਜਨਾਜ਼ਾ ਹੁੰਦਾ ਕਿ ਆਪਣੇ ਕੁੱਤਿਆਂ ਨੂੰ ਇੰਨਾ ਪਿਆਰ ਕਰਦੇ ਨੇ। ਫੈਮਿਲੀ ਮੈਂਬਰ ਹੀ ਹੁੰਦਾ ਇੱਕ ਤਰ੍ਹਾਂ ਦਾ। ਅਤੇ ਇਹ ਚੈੱਕ ਕਰੋ, ਕਈ ਲੋਕ ਕਹਿੰਦੇ ਨੇ ਕਿ ਕੀ ਫਾਇਦਾ, ਬੰਦੇ ਨਹੀਂ ਹੈ। ਤੁਹਾਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਹਰ ਇਨਸਾਨ ਤੁਹਾਡੀ ਤਰ੍ਹਾਂ ਨਹੀਂ ਸੋਚਦਾ। ਔਰ ਮੈਂ ਪਹਿਲੇ ਹੀ ਕਹਿ ਚੁੱਕਿਆ ਕਿ ਜਾਪਾਨ ਇਜ਼ ਨੋਟ ਫॉर एवरीवन। ਇਹ ਮਤਲਬ ਹਰ ਬੰਦੇ ਵਾਸਤੇ ਨਹੀਂ ਹੈ ਇਹ ਜ਼ਿੰਦਗੀ। ਇਹ ਬੜੀ ਅਜੀਬੋ ਗਰੀਬ ਜ਼ਿੰਦਗੀ ਹੈ, ਕਿਸੇ ਵਾਸਤੇ ਬਹੁਤ ਅੱਛੀ ਹੈ। ਮੈਨੂੰ ਤਾਂ ਬਹੁਤ ਪਸੰਦ ਹੈ ਕਿਉਂਕਿ ਮੈਂ ਇੰਟਰੋਵਰਟ ਹਾਂ। ਇੰਟਰੋਵਰਟ ਇੱਕ ਇੰਗਲਿਸ਼ ਦਾ ਲਫ਼ਜ਼ ਹੈ ਜਿਹਦਾ ਮਤਲਬ ਹੁੰਦਾ ਕਿ ਆਪਣੇ ਆਪ 'ਚ ਰਹਿਣ ਵਾਲਾ ਬੰਦਾ, ਜਿਹਨੂੰ ਭੀੜ ਨਹੀਂ ਪਸੰਦ ਹੁੰਦੀ, ਜਿਹਨੂੰ ਬਹੁਤ ਜ਼ਿਆਦਾ ਰਸ਼ ਨਹੀਂ ਪਸੰਦ ਹੁੰਦਾ। ਅਚਾਨਕ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਉਹ ਇੱਕ ਟਾਈਮ 'ਤੇ ਡੀਲ ਨਹੀਂ ਕਰ ਸਕਦਾ। ਮਤਲਬ ਹੈ ਕਿ ਮੈਂ ਅਗਰ ਰਸ਼ ਦੇ ਵਿੱਚ, ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਲੋਕ ਨਹੀਂ ਪਸੰਦ, ਨਹੀਂ, ਮੈਨੂੰ ਗੱਲ ਕਰਨਾ ਪਸੰਦ ਹੈ, ਮੈਨੂੰ ਲੋਕਾਂ ਨਾਲ ਮਿਲਣਾ ਜੁਲਣਾ ਪਸੰਦ ਹੈ। ਲੇਕਿਨ ਇਹ ਕਿ ਐਟ ਦ ਸੇਮ ਟਾਈਮ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਨਹੀਂ ਬੰਦਾ ਡੀਲ ਕਰ ਸਕਦਾ। ਪ੍ਰੋਸੈਸਿੰਗ ਦਿਮਾਗ ਥੋੜ੍ਹਾ ਜਿਹਾ ਉਲਝ ਜਾਂਦਾ ਔਰ ਫਿਰ ਬੰਦਾ ਥੋੜ੍ਹਾ ਜਿਹਾ ਜਿਹੜਾ ਨਾ ਕਿ ਇੱਕ ਐਂਗਜ਼ਾਇਟੀ ਟਾਈਪ ਉਹਨੂੰ ਹੋਣਾ ਸ਼ੁਰੂ ਹੋ ਜਾਂਦੀ ਹੈ, ਪਰੇਸ਼ਾਨ ਹੋਣਾ ਸ਼ੁਰੂ ਹੋ ਜਾਂਦਾ। ਐਜ਼ ਇੰਨਾ ਸੀਰੀਅਸ ਨਹੀਂ ਹੈ ਨਾ ਮੈਨੂੰ ਆਪਣੇ ਸਿਰ 'ਤੇ ਸਵਾਰ ਕਰਨਾ। ਔਰ ਮਜ਼ੇ ਦੀ ਗੱਲ ਪਤਾ ਕੀ ਹੈ, ਇਹ ਚੀਜ਼ਾਂ ਦਾ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਮੈਂ ਇੰਟਰੋਵਰਟ ਹਾਂ। ਪਾਕਿਸਤਾਨ ਦੇ ਵਿੱਚ ਤਾਂ ਪਤਾ ਹੀ ਨਹੀਂ ਸੀ। ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਕਿ ਮਾਂ ਬਾਪ ਨੂੰ ਵੀ ਨਹੀਂ ਇੰਨੀ ਇਨਫੋਰਮੇਸ਼ਨ ਹੁੰਦੀ, ਨਾ ਨੌਲੇਜ ਹੁੰਦਾ ਹੈ। ਉਹ ਕਹਿੰਦੇ ਨੇ ਕਿ ਜੀ ਇੱਕ ਬੱਚਾ ਬੋਲ ਨਹੀਂ ਰਿਹਾ ਅਤੇ ਕਹਿਣਗੇ ਆਪੇ ਹੀ ਬੋਲ ਪਏਗਾ। ਇੱਕ ਬੱਚਾ ਉਹਨੂੰ ਕੋਈ ਨਫਸਿਆਤੀ ਮਸਲਾ ਹੈ, ਮਾਂ ਬਾਪ ਕਹਿਣਗੇ ਵੱਡਾ ਹੋਏਗਾ ਠੀਕ ਹੋ ਜਾਏਗਾ। ਲੇਕਿਨ ਯਕੀਨ ਕਰੋ ਕਿ 1000 ਕਿਸਮ ਦੇ ਮਸਲੇ ਹੁੰਦੇ ਨੇ ਔਰ ਸਾਨੂੰ ਬਹੁਤ ਜ਼ਿਆਦਾ ਐਜੂਕੇਸ਼ਨ ਦੀ ਜ਼ਰੂਰਤ ਹੈ। ਉਹਨਾਂ ਮਸਲਿਆਂ 'ਤੇ ਗੱਲ ਕਰਨ ਦੀ ਜ਼ਰੂਰਤ ਹੈ, ਗੌਰ ਕਰਨ ਦੀ ਜ਼ਰੂਰਤ ਹੁੰਦੀ ਹੈ। ਅਤੇ ਮੈਂ ਇੱਥੇ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ, ਸਿਰਫ ਇੰਨੀ ਗੱਲ ਕਰ ਰਿਹਾ ਵਾਂ ਕਿ ਕਿਸੇ ਬੱਚੇ ਦੀ ਪਰਵਰਿਸ਼ ਕਰਨਾ ਇੱਕ ਇੰਤਹਾਈ ਟਫ ਟਾਈਮ, ਇੱਕ ਟਫ ਜੋਬ ਹੈ ਕਿਸੇ ਇਨਸਾਨ ਦੀ ਪਰਵਰਿਸ਼ ਕਰਨਾ ਨਾ। ਕਿਉਂਕਿ ਸਾਡੇ ਅੰਦਰ ਦਿਮਾਗ ਹੈ, ਅਸੀਂ ਨਫਸਿਆਤੀ ਹਾਂ, ਫੀਲਿੰਗਸ ਰੱਖਦੇ ਹਾਂ,
ਜਾਨਵਰਾਂ ਦਾ ਬੱਚਾ ਪਾਲਣਾ ਬਹੁਤ ਆਸਾਨ ਹੈ, ਇਨਸਾਨ ਦਾ ਬੱਚਾ ਪਾਲਣਾ ਇੰਤਹਾਈ ਮੁਸ਼ਕਲ ਹੈ। ਇਨਸਾਨ ਨੂੰ ਇਨਸਾਨ ਬਣਨ 'ਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ। ਇਨਸਾਨ ਨੂੰ ਇਨਸਾਨ ਬਣਨ 'ਚ ਕਿਆ ਮੈਨੇ ਜੁਮਲਾ ਬੋਲਦੀ ਹੈ ਕਿ ਇਨਸਾਨ ਨੂੰ ਇਨਸਾਨ ਬਣਨ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਦਰਕਾਰ ਹੁੰਦੀ ਹੈ। ਬਾਕੀ ਅੱਲਾਹ ਤਾਲਾ ਸਭ ਦੀਆਂ ਮੁਸ਼ਕਲਾਤਾਂ ਆਸਾਨ ਕਰੇ, ਸਭ ਦੇ ਵਸਵਸੇ ਸੋਚਾਂ ਪਰੇਸ਼ਾਨੀਆਂ ਦੂਰ ਕਰੇ। ਜਿਸ ਤਰ੍ਹਾਂ ਦੀ ਤੁਸੀਂ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹੋ ਆਪਣੀ ਜ਼ਾਤ ਦੀ ਹੱਦ ਤੱਕ ਨਾ, ਜਦੋਂ ਤੁਸੀਂ ਕਿਸੇ ਦੂਸਰੇ ਨੂੰ ਡਿਸਟਰਬ ਕਰਕੇ ਆਪਣੀ ਜ਼ਿੰਦਗੀ ਬਿਹਤਰ ਕਰਨ ਦੀ ਕੋਸ਼ਿਸ਼ ਕਰੋਗੇ ਉਹ ਬਹੁਤ ਮੁਸ਼ਕਿਲ ਹੋ ਜਾਏਗੀ ਔਰ ਉਹ ਅੱਛੀ ਵੀ ਨਹੀਂ ਹੋਏਗੀ ਉਹ ਲਾਈਫ। ਜਦੋਂ ਤੁਸੀਂ ਦੂਸਰਿਆਂ ਨੂੰ ਪਰੇਸ਼ਾਨ ਕੀਤੇ ਬਗੈਰ ਆਪਣੀ ਜ਼ਿੰਦਗੀ ਬਿਹਤਰ ਕਰਨ ਦੀ ਕੋਸ਼ਿਸ਼ ਕਰੋਗੇ ਉਹਦਾ ਮਜ਼ਾ ਹੀ ਹੋਵੇਗਾ। ਓਕੇ, ਅੱਜ ਦਾ ਵਲੌਗ ਖ਼ਤਮ ਕਰਨੇ ਆ। ਉਮੀਦ ਕਰਨਾ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ। ਕਮੈਂਟ ਲਾਜ਼ਮੀ ਕਰਨਾ, ਲਾਈਕ ਵੀ ਕਰਨਾ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਕਿ ਤੁਸੀਂ ਵੀਡੀਓਜ਼ ਨੂੰ ਕਿਸ ਤਰ੍ਹਾਂ ਵੇਖਣਾ ਚਾਹੁੰਦੇ ਹੋ। ਆਪਣੀ ਰਾਏ ਦਾ ਇਜ਼ਹਾਰ ਕਰੋ, ਦੱਸੋ ਕਿਸ ਤਰ੍ਹਾਂ ਦੇ ਵਲੌਗਸ ਬਣਾਉਣੇ ਚਾਹੀਦੇ ਨੇ। ਮੈਂ ਤਾਂ ਆਪਣੀ ਪੂਰੀ ਕੋਸ਼ਿਸ਼ ਕਰਨਾ ਇੱਕ ਅੱਛੀ ਆਡੀਅੰਸ ਜਨਰੇਟ ਹੋ ਜਾਏਗੀ, ਅਤੇ ਫਿਰ ਆਹਿਸਤਾ ਆਹਿਸਤਾ ਮੈਂ ਵੀ ਮਜ਼ੀਦ ਬਿਹਤਰ ਕਰਦਾ ਜਾਵਾਂਗਾ ਇਨਸ਼ਾਅੱਲਾ। ਆਪਣਾ ਖਿਆਲ ਰੱਖਣਾ। ਅੱਲਾ ਹਾਫਿਜ਼।